नमस्कार, आदाब, सत श्री अकाल, सलाम दोस्तों। केपी एक्सप्रैस चैनल ਤੇ ਤੁਹਾਡਾ ਸਵਾਗਤ ਹੈ। ਅੱਜ ਤੁਹਾਨੂੰ ਇੱਕ ਬੇहद ਰਹੱਸ ਭਰੀ ਕਹਾਣੀ ਸੁਣਾ ਰਹੇ ਹਾਂ। ਸਿੰਗਾਪੁਰ ਵਿੱਚ ਵਾਪਰੀ ਜਿਸ ਘਟਨਾ ਤੇ ਇਹ ਕਹਾਣੀ ਆਧਾਰਿਤ ਹੈ, ਉਸ ਨੂੰ ਕਰੀ ਮਰਡਰ ਨਾਮ ਨਾਲ ਜਾਣਿਆ ਜਾਂਦਾ ਹੈ। ਗੱਲ 1987 ਦੀ 9 ਜਨਵਰੀ ਦੀ ਹੈ। ਸਿੰਗਾਪੁਰ ਵਿੱਚ ਇੱਕ ਪ੍ਰਾਈਵੇਟ ਜਾਸੂਸ ਅਲਾਗਾ ਮਲਾਈ ਕੋਲ ਉਸ ਦਾ ਇੱਕ ਮੁਖਬਰ ਆਉਂਦਾ ਹੈ ਅਤੇ ਦੱਸਦਾ ਹੈ ਕਿ ਇੱਕ ਧਮਾਕੇਦਾਰ ਖਬਰ ਲੈ ਕੇ ਆਇਆ ਹੈ। ਅਲਾਗਾ ਮਲਾਈ ਉਸ ਨੂੰ ਸੂਚਨਾ ਸਾਂਝੀ ਕਰਨ ਲਈ ਕਹਿੰਦਾ ਹੈ ਤਾਂ ਮੁਖਬਰ ਦੱਸਦਾ ਹੈ ਕਿ ਕਰੀਬ 2 ਸਾਲ ਪਹਿਲੇ ਸਿੰਗਾਪੁਰ ਵਿੱਚ ਕਰੀਬ 34 ਸਾਲ ਉਮਰ ਦੇ ਆਇਆ ਕੁੰਨੂ ਨਾਮ ਦੇ ਇੱਕ ਵਿਅਕਤੀ ਦਾ 3 ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। 12 ਦਸੰਬਰ 1984 ਨੂੰ ਵਾਪਰੀ ਇਸ ਘਟਨਾ ਵਿੱਚ ਕਤਲ ਤੋਂ ਬਾਅਦ ਲਾਸ਼ ਦੇ ਛੋਟੇ-ਛੋਟੇ ਟੋਟੇ ਕਰਕੇ ਉਸ ਨੂੰ ਮਸਾਲੇ ਵਿੱਚ ਭੁੰਨਿਆ ਗਿਆ। ਜਿਵੇਂ ਬੱਕਰੇ ਜਾਂ ਮੁਰਗੇ ਦਾ ਮੀਟ ਬਣਦਾ ਹੈ, ਠੀਕ ਉਸੇ ਤਰ੍ਹਾਂ ਹੀ ਆਇਆ ਕੁੰਨੂ ਦੇ ਮਾਸ ਨੂੰ ਮਸਾਲੇ ਵਿੱਚ ਭੁੰਨ ਕੇ ਕਰੀ ਬਣਾਈ ਗਈ। ਇਸ ਤਿਆਰ ਸਮਾਨ ਨੂੰ ਕਾਲੇ ਰੰਗ ਦੇ ਵੱਡੇ-ਵੱਡੇ ਲਿਫਾਫਿਆਂ ਵਿੱਚ ਪੈਕ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਤੇ ਕੰਢੇ ਪਏ ਵੱਖ-ਵੱਖ ਡਸਟਬਿਨਾਂ ਵਿੱਚ ਸੁੱਟ ਦਿੱਤਾ ਗਿਆ। ਮੁਖਬਰ ਦੱਸਦਾ ਹੈ ਕਿ ਇਸ ਘਟਨਾ ਦਾ ਜ਼ਿਕਰ ਇੱਕ ਬਾਰ ਵਿੱਚ ਉਸ ਦੇ ਨਾਲ ਦੀ ਟੇਬਲ ਤੇ ਬੈਠੇ ਸ਼ਰਾਬ ਪੀ ਰਹੇ ਕੁਝ ਵਿਅਕਤੀ ਕਰ ਰਹੇ ਸਨ। ਕਹਾਣੀ ਸੁਣ ਕੇ ਡਿਟੈਕਟਿਵ ਅਲਾਗਾ ਮਲਾਈ ਗੰਭੀਰ ਹੋ ਜਾਂਦਾ ਹੈ ਅਤੇ ਮੁਖਬਰ ਨੂੰ ਵਾਪਸ ਭੇਜ ਕੇ ਸਿੱਧਾ CID ਅਫਸਰ ਕੋਲ ਜਾਂਦਾ ਹੈ ਅਤੇ ਕਹਾਣੀ ਦੁਹਰਾਉਂਦਾ ਹੈ। CID ਅਫਸਰ ਇਸ ਗੱਲ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਉਸ ਨੂੰ ਕਹਿੰਦਾ ਹੈ ਕਿ ਜੇ ਤੈਨੂੰ ਲੱਗਦਾ ਹੈ ਕਿ ਸੂਚਨਾ ਵਿੱਚ ਕੁਝ ਦਮ ਹੈ ਤਾਂ ਇਸ ਦੀ ਜਾਂਚ ਉਹ ਖੁਦ ਕਰੇ। ਅਲਾਗਾ ਮਲਾਈ ਇਸ ਨੂੰ ਚੈਲੰਜ ਵਜੋਂ ਲੈਂਦਿਆਂ ਤੁਰ ਪੈਂਦਾ ਹੈ। ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਪਤਾ ਕਰਦਾ ਹੈ ਕਿ ਦਸੰਬਰ 1984 ਵਿੱਚ ਆਇਆ ਕੁੰਨੂ ਨਾਮ ਦੇ ਵਿਅਕਤੀ ਦੀ ਕੋਈ ਸੂਚਨਾ ਦਰਜ ਹੋਈ ਹੈ। ਆਖਿਰ ਸਿੰਗਾਪੁਰ ਦੇ ਜੋ ਚਿਆਨ ਪੁਲਿਸ ਸਟੇਸ਼ਨ ਦੀ ਪੁਲਿਸ ਦੱਸਦੀ ਹੈ ਕਿ ਇਸ ਨਾਮ ਦੇ ਵਿਅਕਤੀ ਦੀ ਗੁੰਮਸ਼ੁਦਗੀ ਨਾਗਾਰਥਾ ਵਲੀ ਰਮਈਆ ਨਾਮ ਦੀ ਔਰਤ ਨੇ 18 ਦਸੰਬਰ 1984 ਨੂੰ ਲਿਖਾਈ ਸੀ ਅਤੇ ਕਿਹਾ ਸੀ ਕਿ ਉਸ ਦਾ ਪਤੀ ਮਲੇਸ਼ੀਆ ਵਿੱਚ ਜੂਆ ਖੇਡਣ ਜਾ ਰਿਹਾ ਹੈ, ਪਰ ਉਹ ਵਾਪਸ ਨਹੀਂ ਪਰਤਿਆ। ਅਲਾਗਾ ਮਲਾਈ ਦੁਬਾਰਾ ਸਾਰੀ ਗੱਲ CID ਨੂੰ ਦੱਸਦਾ ਹੈ। ਇਸ ਦੇ ਬਾਅਦ CID ਸਾਰੇ ਕੇਸ ਦੀ ਜਾਂਚ ਦਾ ਜ਼ਿੰਮਾ ਉਸ ਨੂੰ ਦੇ ਦਿੰਦੀ ਹੈ। ਇਹ ਜਾਸੂਸ ਸਿੱਧਾ ਪਹੁੰਚਦਾ ਹੈ ਨਾਗਾਰਥਾ ਵਲੀ ਰਮਈਆ ਨਾਮ ਦੀ ਔਰਤ ਕੋਲ। ਉਹ ਦੱਸਦੀ ਹੈ ਕਿ ਸਨ 1980 ਵਿੱਚ ਉਹ ਆਪਣੇ ਪਤੀ ਅਤੇ 3 ਬੱਚਿਆਂ ਦੇ ਨਾਲ ਭਾਰਤ ਤੋਂ ਸਿੰਗਾਪੁਰ ਆਈ ਸੀ। ਆਇਆ ਕੁੰਨੂ ਦੀ ਗੁੰਮਸ਼ੁਦਗੀ ਬਾਰੇ ਉਹ ਉਹੀ ਗੱਲ ਦੁਹਰਾਉਂਦੀ ਹੈ ਕਿ ਉਹ 12 ਦਸੰਬਰ ਨੂੰ ਮਲੇਸ਼ੀਆ ਦੇ ਕਿਸੇ ਕੈਸੀਨੋ ਵਿੱਚ ਜੂਆ ਖੇਡਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਆਇਆ ਕੁੰਨੂ ਸਿੰਗਾਪੁਰ ਦੇ ਚਾਂਗੀ ਏਰੀਆ ਵਿੱਚ ਆਰਚਰਡ ਰੋਡ ਦੇ ਪਿੱਛੇ ਸਥਿਤ ਪ੍ਰੈਸਬਾਈਟੇਰੀਅਨ ਚਰਚ ਦੇ ਕੋਲ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ਹੋਲੀਡੇ ਕਾਟੇਜਸ ਵਿੱਚ ਕੇਅਰਟੇਕਰ ਵਜੋਂ ਕੰਮ ਕਰਦਾ ਸੀ। ਇਸ ਪਰਿਵਾਰ ਨੂੰ ਕੇਅਰਟੇਕਰ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਅਲਾਗਾ ਮਲਾਈ ਨੇੜੇ ਦੇ ਲੋਕਾਂ ਤੋਂ ਪਤਾ ਕਰਦਾ ਹੈ ਤਾਂ ਲੋਕ ਦੱਸਦੇ ਹਨ ਕਿ ਆਇਆ ਕੁੰਨੂ ਦੀ ਤਨਖਾਹ ਕੋਈ ਜ਼ਿਆਦਾ ਨਹੀਂ ਸੀ ਅਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੀ ਚੱਲ ਰਿਹਾ ਸੀ। ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆਇਆ ਕੁੰਨੂ ਨੂੰ ਆਪਣੇ ਸਰਵਿਸ ਪ੍ਰੋਵਾਈਡਰਾਂ ਤੋਂ ਉਧਾਰ ਵੀ ਲੈਣਾ ਪੈਂਦਾ ਸੀ। ਉਸ ਨੂੰ ਇਹ ਜਾਣਕਾਰੀ ਵੀ ਮਿਲੀ ਕਿ ਆਇਆ ਕੁੰਨੂ ਦੀ ਪਤਨੀ ਨਾਗਾਰਥਾ ਦੇ 3 ਭਰਾ, ਉਹਨਾਂ ਦੀਆਂ ਪਤਨੀਆਂ ਅਤੇ ਖੁਦ ਨਾਗਾਰਥਾ ਦੀ ਮਾਂ ਵੀ ਸਿੰਗਾਪੁਰ ਵਿੱਚ ਹੀ ਰਹਿ ਰਹੇ ਹਨ। ਅਲਾਗਾ ਮਲਾਈ ਨੂੰ ਪਤਾ ਲੱਗਦਾ ਹੈ ਕਿ ਪੁਲਿਸ ਨੇ ਆਇਆ ਕੁੰਨੂ ਦੀ ਕੁਝ ਦੇਰ ਤਾਂ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਉਸ ਦੀ ਪਤਨੀ ਨੇ ਵੀ ਇਸ ਮਾਮਲੇ ਦੀ ਕੋਈ ਪੈਰਵੀ ਨਹੀਂ ਕੀਤੀ ਅਤੇ ਮਾਮਲਾ ਠੰਡਾ ਪੈ ਗਿਆ। ਅਲਾਗਾ ਮਲਾਈ ਆਪਣੇ ਪੱਧਰ ਤੇ ਜਾਂਚ ਕਰਦਾ ਹੈ ਤਾਂ ਆਇਆ ਕੁੰਨੂ ਦੇ ਮਲੇਸ਼ੀਆ ਜਾਣ ਦਾ ਵੀ ਕੋਈ ਸਬੂਤ ਨਹੀਂ ਮਿਲਦਾ। ਉਹਨਾਂ ਦਿਨਾਂ ਦੀਆਂ ਜਹਾਜ਼ ਦੀਆਂ ਟਿਕਟਾਂ ਦੇ ਰਿਕਾਰਡ ਵਿੱਚ ਵੀ ਆਇਆ ਕੁੰਨੂ ਦਾ ਕਿਤੇ ਕੋਈ ਨਾਮ ਨਹੀਂ ਮਿਲਦਾ। ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਆਇਆ ਕੁੰਨੂ ਨੇ ਆਪਣੇ ਸਰਵਿਸ ਪ੍ਰੋਵਾਈਡਰਾਂ ਤੋਂ 21 ਜਨਵਰੀ ਦੀ ਛੁੱਟੀ ਮੰਗੀ ਸੀ, ਪਰ ਉਸ ਦੀ ਪਤਨੀ ਉਸ ਦੇ 12 ਜਨਵਰੀ ਨੂੰ ਮਲੇਸ਼ੀਆ ਕੈਸੀਨੋ ਵਿੱਚ ਜੂਆ ਖੇਡਣ ਜਾਣ ਦੀ ਗੱਲ ਕਹਿ ਰਹੀ ਸੀ। ਛੁੱਟੀ ਲੈਣ ਵਾਲੇ ਦਿਨ ਤੋਂ 8-10 ਦਿਨ ਪਹਿਲਾਂ ਹੀ ਘਰੋਂ ਚਲੇ ਜਾਣਾ ਵੀ ਸ਼ੰਕੇ ਪੈਦਾ ਕਰ ਰਿਹਾ ਸੀ। लगातार 2 महीने तक अलागा मलई ने
30 ਵਿਅਕਤੀਆਂ ਨਾਲ ਗੱਲਬਾਤ ਕੀਤੀ। ਉਸ ਨੂੰ ਪਤਾ ਲੱਗਿਆ ਕਿ ਆਇਆ ਕੁੰਨੂ ਕਦੀ-ਕਦੀ ਸ਼ਰਾਬ ਪੀ ਕੇ ਕਾਫੀ ਹਿੰਸਕ ਹੋ ਜਾਂਦਾ ਸੀ ਅਤੇ ਆਪਣੀ ਪਤਨੀ ਦੀ ਮਾਰ ਕੁਟਾਈ ਵੀ ਕਰਦਾ ਸੀ। ਜਦ ਉਸਨੇ ਨਾਗਾਰਥਾ ਦੇ ਭਰਾਵਾਂ ਬਾਰੇ ਜਾਣਕਾਰੀ ਲਈ ਤਾਂ ਇਹ ਪਤਾ ਲੱਗਾ ਕਿ ਉਸਦਾ ਇੱਕ ਭਰਾ ਲੁੱਟ ਖੋਹ ਦੇ ਮਾਮਲੇ ਵਿੱਚ ਕੈਦ ਵੀ ਕੱਟ ਚੁੱਕਿਆ ਹੈ। ਇੱਕ ਦੂਸਰੇ ਭਰਾ ਬਾਰੇ ਪਤਾ ਲੱਗਾ ਕਿ ਉਹ ਬੁੱਚੜ ਯਾਨੀ ਕਸਾਈ ਹੈ। ਇਹ ਜਾਣਕਾਰੀ ਮਿਲਣ ਤੇ ਜਾਸੂਸ ਅਲਾਗਾ ਮਲਾਈ ਨੂੰ ਲੱਗਾ ਕਿ ਉਹ ਮਾਮਲਾ ਹੱਲ ਕਰਨ ਦੇ ਕਾਫੀ ਨੇੜੇ ਪਹੁੰਚ ਚੁੱਕਿਆ ਹੈ। 23 ਮਾਰਚ 1987 ਨੂੰ ਸਿੰਗਾਪੁਰ ਦੀ CID ਨੇ 5 ਟੀਮਾਂ ਬਣਾਈਆਂ ਅਤੇ ਸਵੇਰ ਸਮੇਂ ਹੀ ਆਇਆ ਕੁੰਨੂ ਦੀ ਪਤਨੀ, ਉਸਦੇ 3 ਭਰਾਵਾਂ, ਉਹਨਾਂ ਦੀਆਂ ਪਤਨੀਆਂ ਅਤੇ ਨਾਗਾਰਥਾ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਹਨਾਂ ਤੋਂ 2 ਦਿਨ ਲਗਾਤਾਰ ਪੁੱਛਗਿੱਛ ਕੀਤੀ ਗਈ। ਪਹਿਲਾਂ ਤਾਂ ਉਹ ਲਗਾਤਾਰ ਇਸ ਗੱਲ ਤੇ ਅੜੇ ਰਹੇ ਕਿ ਉਹਨਾਂ ਨੂੰ ਕੁਝ ਨਹੀਂ ਪਤਾ, ਪਰ ਆਖਿਰ ਨਾਗਾਰਥਾ ਦੇ ਇੱਕ ਭਰਾ ਨੇ ਮੰਨ ਲਿਆ ਕਿ ਉਹਨਾਂ ਆਇਆ ਕੁੰਨੂ ਦਾ ਕਤਲ ਕੀਤਾ ਹੈ। ਉਸ ਅਨੁਸਾਰ 12 ਦਸੰਬਰ 1984 ਦੀ ਰਾਤ ਉਹਨਾਂ 3 ਭਰਾਵਾਂ ਨੇ ਆਪਣੇ ਘਰ ਵਿੱਚ ਆਇਆ ਕੁੰਨੂ ਦੇ ਨਾਲ ਸ਼ਰਾਬ ਪੀਤੀ। ਨਸ਼ੇ ਵਿੱਚ ਉਹਨਾਂ ਦੀ ਇਸ ਗੱਲ ਤੇ ਆਇਆ ਕੁੰਨੂ ਨਾਲ ਤੂੰ ਮੈਂ ਹੋ ਗਈ ਕਿ ਆਇਆ ਕੁੰਨੂ ਉਹਨਾਂ ਦੀ ਭੈਣ ਨਾਗਾਰਥਾ ਦੀ ਮਾਰਕੁੱਟ ਕਰਦਾ ਹੈ। ਸ਼ਰਾਬੀ ਹਾਲਤ ਵਿੱਚ ਆਇਆ ਕੁੰਨੂ ਵੀ ਉਹਨਾਂ ਨਾਲ ਬਹਿਸ ਕਰਨ ਲੱਗਾ। ਇਸ ਦੌਰਾਨ ਇੱਕ ਭਰਾ ਨੇ ਆਇਆ ਕੁੰਨੂ ਦੇ ਸਿਰ ਵਿੱਚ ਜ਼ੋਰ ਨਾਲ ਲੋਹੇ ਦੀ ਰੌਡ ਮਾਰੀ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। 3 ਭਰਾ ਉਸਦੀ ਲਾਸ਼ ਨੂੰ ਰਸੋਈ ਵਿੱਚ ਲੈ ਗਏ, ਜਿੱਥੇ ਇੱਕ ਵੱਡੇ ਛੁਰੇ ਨਾਲ ਉਸਦੀ ਲਾਸ਼ ਦੇ ਛੋਟੇ-ਛੋਟੇ ਟੁਕੜੇ ਕੀਤੇ ਗਏ। ਮਸਾਲਾ ਭੁੰਨਿਆ ਗਿਆ, ਜਿਸ ਵਿੱਚ ਆਇਆ ਕੁੰਨੂ ਦਾ ਮਾਂਸ ਪਕਾਇਆ ਗਿਆ। ਆਇਆ ਕੁੰਨੂ ਦੀ ਖੋਪੜੀ ਦੀਆਂ ਹੱਡੀਆਂ ਵੀ ਤੋੜ ਕੇ ਇਸ ਕਰੀ ਵਿੱਚ ਮਿਲਾ ਦਿੱਤੀਆਂ ਗਈਆਂ। ਕਾਤਲਾਂ ਨੇ ਪਲਾਸਟਿਕ ਦੇ ਵੱਡੇ-ਵੱਡੇ ਕਾਲੇ ਲਿਫਾਫੇ ਲੈ ਕੇ ਉਹਨਾਂ ਵਿੱਚ ਕਰੀ ਪਾ ਦਿੱਤੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਕੰਢੇ ਪਏ ਡਸਟਬਿਨਾਂ ਵਿੱਚ ਕਰੀ ਨਾਲ ਭਰੇ ਲਿਫਾਫੇ ਸੁੱਟ ਦਿੱਤੇ। ਇਸ ਦੇ ਨਾਲ ਹੀ ਰਸੋਈ ਵਿੱਚ ਫੈਲਿਆ ਖੂਨ ਵੀ ਸਾਫ਼ ਕਰ ਦਿੱਤਾ। ਇਸ ਦੇ ਆਧਾਰ ਤੇ 27 ਮਾਰਚ 1987 ਨੂੰ ਨਾਗਾਰਥਾ ਅਤੇ ਉਸਦੇ ਭਰਾਵਾਂ ਨੂੰ ਆਇਆ ਕੁੰਨੂ ਦੀ ਹੱਤਿਆ ਦਾ ਆਰੋਪੀ ਐਲਾਨਿਆ ਗਿਆ। ਇਹ ਮਾਮਲਾ ਜੱਜ ਜੋਏਨਾਲ ਅਬੀਦਿਨ ਦੀ ਅਦਾਲਤ ਵਿੱਚ ਪਹੁੰਚਿਆ। ਅਦਾਲਤ ਵਿੱਚ ਸਭ ਮੁਲਜ਼ਮਾਂ ਨੇ ਖੁਦ ਨੂੰ ਬੇਕਸੂਰ ਦੱਸਿਆ। ਜਿਸ ਭਰਾ ਨੇ ਪੁਲਿਸ ਕੋਲ ਜੁਰਮ ਕਬੂਲ ਕੀਤਾ ਸੀ, ਉਹ ਵੀ ਆਪਣੀ ਗੱਲ ਤੋਂ ਮੁਕਰ ਗਿਆ। ਕਰੀਬ 20 ਮਿੰਟ ਦੀ ਸੁਣਵਾਈ ਮਗਰੋਂ ਜੱਜ ਵੱਲੋਂ ਸਾਰੇ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਤੇ ਹੁੰਦਿਆਂ ਬਰੀ ਕਰ ਦਿੱਤਾ। ਫੈਸਲੇ ਵਿੱਚ ਕਿਹਾ ਗਿਆ ਕਿ ਇਹ ਮਾਮਲਾ ਸੁਣੀ ਸੁਣਾਈ ਗੱਲ ਤੇ ਆਧਾਰਿਤ ਹੈ। ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਬਰਤਨਾਂ ਦੀ ਵੀ ਕੋਈ ਬਰਾਮਦਗੀ ਨਹੀਂ ਹੋਈ। ਉਸੇ ਦਿਨ ਇਹਨਾਂ ਸਭ ਨੂੰ ਰਿਹਾ ਕਰ ਦਿੱਤਾ ਗਿਆ। ਇਸ ਦੇ ਕੁਝ ਸਮੇਂ ਬਾਅਦ ਇਹਨਾਂ 3 ਭਰਾਵਾਂ ਨੂੰ ਸਿੰਗਾਪੁਰ ਦੇ ਕ੍ਰਿਮੀਨਲ ਲਾਅ ਐਕਟ ਤਹਿਤ 22 ਜੂਨ 1987 ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਅਤੇ ਸਿੰਗਾਪੁਰ ਦੀ ਚਾਂਗੀ ਜੇਲ੍ਹ ਵਿੱਚ ਰੱਖਿਆ ਗਿਆ। ਪੂਰੇ 4 ਸਾਲ ਬਾਅਦ 21 ਜੂਨ 1991 ਨੂੰ ਉਹਨਾਂ ਦੀ ਰਿਹਾਈ ਦੀ ਅਪੀਲ ਮਨਜ਼ੂਰ ਹੋ ਗਈ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ। 1995 ਵਿੱਚ ਡਾਕਟਰ ਜਸਟਿਸ ਨਾਮ ਦੀ ਟੀਵੀ ਡਰਾਮਾ ਸੀਰੀਜ਼ ਵਿੱਚ ਇਸ ਕਹਾਣੀ ਨੂੰ ਫਿਲਮਾਇਆ ਗਿਆ ਅਤੇ ਦ ਸਟ੍ਰੇਟਸ ਟਾਈਮਸ ਨਾਮ ਦੀ ਅਖਬਾਰ ਵਿੱਚ ਕਰੀ ਮਰਡਰ ਨਾਮ ਤੇ ਇਸ ਦੀ ਕਵਰੇਜ ਕੀਤੀ ਗਈ। ਨਾਗਾਰਥਾ ਅਤੇ ਉਸਦੇ ਭਰਾਵਾਂ ਨੇ ਮੀਡੀਆ ਤੇ ਮਾਨਹਾਨੀ ਦਾ ਕੇਸ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਦੋਸ਼ੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਇਹ ਕਹਿ ਕੇ ਇਹ ਕੇਸ ਡਿਸਮਿਸ ਕਰ ਦਿੱਤਾ ਕਿ ਮੀਡੀਆ ਨੇ ਪੁਲਿਸ ਦੀ ਜਾਂਚ ਤੇ ਆਧਾਰਿਤ ਕਵਰੇਜ ਕੀਤੀ ਹੈ। ਇਸ ਦੇ ਬਾਅਦ ਇਹ ਚਰਚਾ ਵੀ ਚੱਲੀ ਕਿ ਕਰੀ ਬਣਾਉਣ ਨਾਲ ਕਾਤਲਾਂ ਨੇ ਚੌਲ ਉਬਾਲੇ ਸਨ ਅਤੇ ਕਰੀ ਵਿੱਚ ਚੌਲ ਮਿਲਾ ਕੇ ਇਸ ਸਭ ਦੇ ਛੋਟੇ-ਛੋਟੇ ਪੈਕਟ ਬਣਾ ਕੇ ਨਜ਼ਦੀਕੀ ਇਲਾਕੇ ਦੇ ਲੋਕਾਂ ਨੂੰ ਖਾਣ ਲਈ ਵੰਡੇ ਸਨ, ਪਰ ਇਸ ਗੱਲ ਦਾ ਕੋਈ ਗਵਾਹ ਜਾਂ ਸਬੂਤ ਸਾਹਮਣੇ ਨਹੀਂ ਆਇਆ। ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਨਾਗਾਰਥਾ ਦੇ ਭਰਾ ਨੇ ਬਾਰ ਵਿੱਚ ਬੈਠਿਆਂ ਮੁਖਬਰ ਦਾ ਮੌਜੂ ਬਣਾਉਣ ਲਈ ਇਹ ਝੂਠੀ ਗੱਲ ਉਸ ਦੇ ਕੰਨਾਂ ਵਿੱਚ ਜਾਣ ਬੁੱਝ ਕੇ ਪਾਈ। ਸਿੰਗਾਪੁਰ ਵਾਸੀਆਂ ਲਈ ਇਹ ਘਟਨਾ ਬੇਹੱਦ ਹੈਰਾਨ ਕਰ ਦੇਣ ਵਾਲੀ ਸੀ, ਕਿਉਂਕਿ ਸਿੰਗਾਪੁਰ ਵਿੱਚ ਦੂਸਰੇ ਮੁਲਕਾਂ ਦੇ ਮੁਕਾਬਲੇ ਹੱਤਿਆ ਦੇ ਮਾਮਲਿਆਂ ਦੀ ਦਰ ਕਾਫੀ ਘੱਟ ਹੈ। ਕੁਝ ਵੀ ਕਿਹਾ ਜਾਵੇ, ਆਇਆ ਕੁੰਨੂ ਦੀ ਗੁੰਮਸ਼ੁਦਗੀ 40 ਸਾਲ ਤੱਕ ਵੀ ਭੇਤ ਹੀ ਬਣੀ ਹੋਈ ਹੈ। ਸਿੰਗਾਪੁਰ ਦੀ CID ਦੇ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਨੇ ਕਿਹਾ ਸੀ ਕਿ ਸਿੰਗਾਪੁਰ ਦੇ ਇਤਿਹਾਸ ਵਿੱਚ ਐਸਾ ਅਜੀਬ ਕੇਸ ਅੱਜ ਤੱਕ ਵੇਖਣ ਨੂੰ ਨਹੀਂ ਮਿਲਿਆ।
ਇਸ ਦੇ ਨਾਲ ਹੀ ਇਹ ਕਹਾਣੀ ਸਮਾਪਤ। ਤੁਹਾਡੀ ਪ੍ਰਤੀਕਿਰਿਆ ਅਤੇ ਸੁਝਾਵਾਂ ਦੀ ਉਡੀਕ ਰਹੇਗੀ। ਜਲਦ ਮਿਲਾਂਗੇ ਨਵੀਂ ਕਹਾਣੀ ਦੇ ਨਾਲ।